ਹਾਜ਼ਰੀਆਂ ਲਵਾਈਏ, ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰੀਏ। ਫਤਿਹ ਬੁਲਾਓ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਾਰੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਖਸ਼ ਹੋਈ ਹੈ। ਸਤਿਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ ਕੀਤਾ ਹੈ। ਉਹ ਆਪਣੀ ਲੜੀਵਾਰ ਬਾਬਾ ਕਬੀਰ ਜੀ ਦੀ ਵਿਚਾਰ ਚੱਲ ਰਹੀ ਹੈ ਸ਼ਲੋਕਾਂ ਦੀ। ਆਓ ਬਾਬਾ ਕਬੀਰ ਜੀ ਕੀ ਕਹਿ ਰਹੇ ਨੇ ਮਹੱਲੇ ਪੰਜਵੇਂ ਦੇ ਵਿੱਚ, ਕਬੀਰ ਚਾਵਲ ਕਾਰਨੇ ਦੁਖ ਕੋ ਮੋਹਲੀ ਮਿਲਾਏ, ਸੰਗ ਕੁਸੰਗੀ ਬੈਸਤੇ ਤਾ ਪੂਛੇ ਧਰਮ ਰਾਏ। ਆਓ ਬਾਬਾ ਜੀ ਕਹਿ ਰਹੇ ਨੇ, ਬਾਬਾ ਕਬੀਰ ਜੀ ਸਾਨੂੰ ਉਦਾਹਰਨਾਂ ਦੇ ਦੇ ਕੇ ਸਮਝਾ ਰਹੇ ਨੇ। ਜਿਵੇਂ ਕਿ ਇੱਕ ਚੌਲਾਂ ਦੀ ਉਦਾਹਰਨ ਦਿੱਤੀ ਹੈ। ਚੌਲ ਵੱਖਰੇ ਕਰਨ ਦੀ ਖਾਤਰ ਸਾਨੂੰ ਛੱਡਣੇ ਪੈਂਦੇ ਹਨ। ਤੋਹਾਂ ਨੂੰ ਮੋਹਲੀ ਦੀ ਸੱਟ ਵੱਜਦੀ ਹੈ, ਭਾਵ ਕਿ ਚੱਕੀ ਤੇ ਲਿਜਾ ਕੇ ਮਸ਼ੀਨ ਦੇ ਰਾਹੀਂ ਚੌਲ ਲੱਗ ਹੋ ਜਾਂਦੇ ਹਨ, ਛਿਲਕੇ ਲੱਗ ਹੋ ਜਾਂਦੇ ਹਨ। ਸੰਗ ਕੁਸੰਗੀ ਬੈਸਤੇ ਤਾ ਪੂਛੇ ਧਰਮ ਰਾਏ। ਇਸੇ ਤਰ੍ਹਾਂ ਜੋ ਮਨੁੱਖ ਵਕਾਰੀਆਂ ਦੀ ਸੁਹਬਤ ਵਿੱਚ ਬੈਠਦੇ ਨੇ, ਉਹ ਵੀ ਵਕਾਰਾਂ ਦੀ ਸੱਟ ਖਾਂਦੇ ਹਨ। ਵਕਾਰ ਕਰਨ ਲੱਗ ਪੈਂਦੇ ਹਨ। ਉਸ ਤੋਂ ਧਰਮ ਰਾਏ ਲੇਖਾ ਮੰਗਦਾ ਹੈ। ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ। ਕਹਿੰਦੇ ਤਰਲੋਚਨ ਜੀ ਆਖਦੇ ਹਨ, ਹੇ ਮਿੱਤਰ ਨਾਮਦੇਵ, ਤੂੰ ਤਾਂ ਮਾਇਆ ਵਿੱਚ ਫਸਿਆ ਜਾਪਦਾ ਹੈ। ਕਾਹੇ ਛੀਪੇ ਛੈਲੇ ਰਾਮ ਨਾ ਲਾਓ ਚੀਤ। ਕਹਿੰਦੇ ਅੰਬਰੇ ਕਿਉਂ ਠੇਕ ਰਿਹਾ ਹੈ, ਪ੍ਰਮਾਤਮਾ ਦੇ ਚਰਨਾਂ ਨਾਲ ਕਿਉਂ ਨਹੀਂ ਚਿੱਤ ਜੋੜਦਾ। ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ। ਕਹਿੰਦੇ ਮੂੰਹ ਨਾਲ ਪ੍ਰਮਾਤਮਾ ਦਾ ਨਾਮ ਲੈ, ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਹੱਥ ਪੈਰ ਵਰਤ ਕੇ ਸਾਰਾ ਕੰਮ ਕਾਜ ਕਰ ਅਤੇ ਆਪਣਾ ਚਿੱਤ ਜਿਹੜਾ ਹੈ ਮਾਇਆ ਰਹਿਤ ਪ੍ਰਮਾਤਮਾ ਦੇ ਨਾਲ ਜੋੜ। ਪ੍ਰਮਾਤਮਾ ਦੇ ਨਾਲ ਜੋੜ। ਅੱਗੇ ਬਾਬਾ ਕਬੀਰ ਜੀ ਕਹਿ ਰਹੇ ਨੇ, ਕਬੀਰ ਕੋਠੇ ਮੰਡਪ ਏਤ ਕਰ, ਕਾਹੇ ਮਰੋ ਸਵਾਰ। ਕਿ ਉਹ ਜਿੰਦ ਦਾਤੇ ਨੂੰ ਭੁਲਾ ਕੇ ਘਰ ਮਹਿਲ ਮਾੜੀਆਂ ਬੜੇ ਸ਼ੌਂਕ ਨਾਲ ਸਜਾ ਕੇ ਕਿਉਂ ਆਤਮਕ ਮੌਤੇ ਮਰ ਰਹੇ ਹੋ। ਕਾਰਜ ਸਾਡੇ 3 ਹੱਥ ਘਣੀ ਨਾ ਪਾਉਣੇ 4। ਤੁਹਾਡੀ ਆਪਣੀ ਲੋੜ ਤਾਂ 3.5 ਹੱਥ ਜ਼ਮੀਨ ਨਾਲ ਪੂਰੀ ਹੋ ਰਹੀ ਹੈ, ਕਿਉਂਕਿ ਹਰ ਰੋਜ਼ ਸੌਣ ਵੇਲੇ ਆਪਣੇ ਸਰੀਰ ਕੱਦ ਅਨੁਸਾਰ ਤੁਸੀਂ ਇਤਨੀ ਕੁ ਹੀ ਵਰਤਦੇ ਹੋ। ਪਰ ਜੇ ਤੁਹਾਡਾ ਕੱਦ ਕੁਝ ਲੰਮਾ ਹੈ ਤਾਂ ਤੁਹਾਨੂੰ ਕੁਝ ਹੋਰ ਜ਼ਮੀਨ ਦੀ ਲੋੜ ਪੈਂਦੀ ਹੈ। ਪੌਣੇ 4 ਹੱਥ ਵਰਤ ਲੈਂਦੇ ਹੋਵੋਗੇ। ਕਬੀਰ ਜੋ ਮੈਂ ਚਿਤਵੋ ਨਾ ਕਰੇ, ਕਿਆ ਮੇਰੇ ਚਿਤਵੇ ਹੋਏ। ਬਾਬਾ ਕਬੀਰ ਜੀ ਕਹਿ ਰਹੇ ਨੇ, ਚਿੱਤ ਜਿਹੜਾ ਨਿਰੰਜਨ ਦੇ ਨਾਲ ਰੱਖਣ ਦੇ ਥਾਂ ਤੂੰ ਸਾਰਾ ਦਿਨ ਮਾਇਆ ਦੀਆਂ ਹੀ ਸੋਚਾਂ ਸੋਚਦਾ ਰਹਿੰਦਾ ਹੈ। ਪਰ ਤੇਰੇ ਮੇਰੇ ਸੋਚਣ ਨਾਲ ਕੁਝ ਨਹੀਂ ਬਣਦਾ। ਪਰਮਾਤਮਾ ਉਹ ਕੁਝ ਨਹੀਂ ਕਰਦਾ ਜੋ ਮੈਂ ਸੋਚਦਾ ਹਾਂ, ਭਾਵ ਜੋ ਅਸੀਂ ਸੋਚਦੇ ਰਹਿੰਦੇ ਹਾਂ ਉਹ ਕੁਝ ਨਹੀਂ ਹੁੰਦਾ। ਆਪਣਾ ਚਿਤਵਿਆ ਹਰ ਕਰੇ, ਜੋ ਮੇਰੇ ਚਿੱਤ ਨਾ ਹੋਏ। ਵਾਹਿਗੁਰੂ ਪ੍ਰਭੂ ਉਹ ਕੁਝ ਕਰਦਾ ਹੈ ਜੋ ਉਹ ਆਪ ਸੋਚਦਾ ਹੈ। ਮਾਲਕ
ਤੇ ਜੋ ਕੁਝ ਉਹ ਆਪ ਪਰਮਾਤਮਾ ਸੋਚਦਾ ਹੈ ਉਹ ਸਾਡੇ ਚਿੱਤ ਚੇਤੇ ਵੀ ਨਹੀਂ ਹੁੰਦਾ, ਸਾਡੇ ਖਿਆਲ ਵਿੱਚ ਵੀ ਨਹੀਂ ਉਹ ਹੁੰਦਾ ਜਿਹੜਾ ਕੁਝ ਮਾਲਕ ਸੋਚ ਰਿਹਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਮਹੱਲਾ ਤੀਜਾ। ਚਿੰਤਾ ਵੀ ਆਪ ਕਰੇ ਸੀ, ਅਚਿੰਤ ਵੀ ਆਪੇ ਦੇ। ਜੀਵਾਂ ਦੇ ਕੀ ਵਸ ਹੈ, ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿੱਚ ਦੁਨੀਆ ਦੇ ਫਿਕਰ ਸੋਚਾਂ ਪੈਦਾ ਕਰਦਾ ਹੈ। ਉਹ ਵਸਤਾ ਵੀ ਪ੍ਰਭੂ ਆਪ ਹੀ ਬਖਸ਼ਦਾ ਹੈ ਜਦੋਂ ਮਨੁੱਖ ਇਹਨਾਂ ਫਿਕਰ ਸੋਚਾਂ ਤੋਂ ਰਹਿਤ ਹੋ ਜਾਂਦਾ ਹੈ। ਨਾਨਕ ਸੋ ਸਲਾਹੀਐ ਜੇ ਸਭਨਾ ਸਾਰ ਕਰੇ। ਜੋ ਕੁਝ ਉਹ ਮਾਲਕ ਪ੍ਰਮਾਤਮਾ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਉਸੇ ਦੇ ਗੁਣ ਗਾਣੇ ਚਾਹੀਦੇ ਹਨ। ਭਾਵ ਪ੍ਰਭੂ ਅੱਗੇ ਹੀ ਅਰਦਾਸ ਕਰਕੇ ਦੁਨੀਆ ਦੇ ਫਿਕਰ ਸੋਚਾਂ ਤੋਂ ਬਚੇ ਰਹਿਣ ਦੀ ਦਾਤ ਮੰਗੀਏ। ਮਹੱਲਾ ਪੰਜਵਾਂ। ਕਬੀਰ RAM ਨਾ ਚੇਤਿਓ, ਫਿਰਿਆ ਲਾਲਚ ਮਾਹੇ। ਜੋ ਮਨੁੱਖ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ, ਸਿਮਰਨ ਨਾ ਕਰਨ ਦਾ ਨਤੀਜਾ ਇਹ ਹੀ ਨਿਕਲਦਾ ਹੈ ਕਿ ਉਹ ਦੁਨੀਆ ਦੀਆਂ ਸੋਚਾਂ ਸੋਚਦਾ ਹੈ ਤੇ ਦੁਨੀਆ ਦੇ ਲਾਲਚ ਵਿੱਚ ਭਟਕਦਾ ਫਿਰਦਾ ਹੈ। ਕਬੀਰ RAM ਨਾ ਚੇਤਿਓ, ਫਿਰਿਆ ਲਾਲਚ ਮਾਹੇ। ਪਾਪ ਕਰੰਤਾ ਮਰ ਗਿਆ, ਔਧ ਪੁਨੀ ਖਿਨ ਮਾਹੇ। ਬਾਬਾ ਕਬੀਰ ਜੀ ਕਹਿ ਰਹੇ ਨੇ, ਪਾਪ ਕਰਦਿਆਂ ਕਰਦਿਆਂ ਉਹ ਭਾਗਹੀਨ ਆਤਮਕ ਮੌਤੇ ਮਰ ਜਾਂਦਾ ਹੈ। ਉਸ ਦੇ ਅੰਦਰੋਂ ਉੱਚਾ ਆਤਮਕ ਜੀਵਨ ਮੁੱਕ ਜਾਂਦਾ ਹੈ ਅਤੇ ਉਹ ਵਿਕਾਰਾਂ ਵਿੱਚ ਰਜਦਾ ਵੀ ਨਹੀਂ ਕਿ ਅਚਨਚੇਤ ਉਮਰ ਜਿਹੜੀ ਹੈ ਮੁੱਕ ਜਾਂਦੀ ਹੈ। ਹੁਣ ਕਿਸੇ ਇਨਸਾਨ ਨੂੰ ਨਹੀਂ ਪਤਾ, ਮਨੁੱਖ ਨੂੰ ਨਹੀਂ ਪਤਾ ਕਿ ਸਾਡੀ ਉਮਰ ਕਿੰਨੀ ਹੈ। ਉਮਰ ਕਿੰਨੀ ਹੈ, ਅਚਨਚੇਤ ਹੀ ਬੁਲਾਵਾ ਆ ਜਾਂਦਾ ਹੈ ਤੇ ਵਾਪਸ ਬੁਲਾਇਆ ਜਾਂਦਾ ਹੈ ਕਿ ਭਾਈ ਹੁਣ ਤੂੰ ਵਾਪਸ ਆ ਜਾ, ਇੰਨਾ ਸਮਾਂ ਤੂੰ ਇਸ ਮਾਤ ਲੋਕ ਤੇ ਰਿਹਾ ਹੈ, ਕਿਆ ਖੱਟਿਆ ਕਿਆ ਕਮਾਇਆ। ਇਹ ਫਰਮਾਨ ਦਰਗੇ ਕਾ ਆਇਆ। ਜਦੋਂ ਦਰਗਾਹ ਤੋਂ ਫਰਮਾਨ ਆਉਂਦਾ ਹੈ ਫਿਰ ਸਾਨੂੰ ਇਹ ਸਰੀਰ ਜਿਹੜਾ ਛੱਡਣਾ ਪੈਂਦਾ ਹੈ। ਕਬੀਰ ਕਾਇਆ ਕਾਚੀ ਕਾਰਵੀ, ਕੇਵਲ ਕਾਚੀ ਧਾਤ। ਕਾਰਵੀ ਹੁੰਦੀ ਹੈ ਛੋਟਾ ਜਿਹਾ ਲੋਟਾ, ਜਿਹਨੂੰ ਕੁੱਜਾ ਕਹਿੰਦੇ ਨੇ। ਕੇਵਲ ਨਰੋਲ, ਧਾਤ ਅਸਲਾ। ਇਹ ਸਰੀਰ ਕੱਚਾ ਲੋਟਾ ਸਮਝ ਲੈ ਜਾਂ ਕੱਚਾ ਕੁੱਜਾ ਘੜਾ ਸਮਝ ਲੈ। ਇਸ ਦਾ ਅਸਲੀ ਨਰੋਲ ਜਿਹੜੀ ਹੈ ਕੱਚੀ ਮਿੱਟੀ ਮਿਥ ਲੈ। ਸਾਬਤ ਰਾਖੇ ਤਾਂ ਰਾਮ ਭਜ, ਨਾਹੇ ਤਾਂ ਬਿਨਠੀ ਬਾਤ। ਕਹਿੰਦੇ ਜੇ ਤੂੰ ਇਸ ਨੂੰ ਬਾਹਰਲੇ ਭੈੜੇ ਅਸਰਾਂ ਤੋਂ ਪਵਿੱਤਰ ਰੱਖਣਾ ਚਾਹੁੰਦਾ ਹੈ ਤਾਂ ਪਰਮਾਤਮਾ ਦਾ ਨਾਮ ਸਿਮਰ, ਨਹੀਂ ਤਾਂ ਮਨੁੱਖਾ ਜਨਮ ਦੀ ਇਹ ਖੇਡ ਵਿਗੜੀ ਹੀ ਜਾਣ ਲੈ, ਭਾਵੇਂ ਜ਼ਰੂਰ ਵਿਗੜ ਜਾਏਗੀ। ਕਬੀਰ ਕੈਸੋ ਕੈਸੋ ਕੂਕੀਐ, ਨਾ ਸੋਈਏ ਆਸਾਰ। ਬਾਬਾ ਕਬੀਰ ਜੀ ਕਹਿ ਰਹੇ ਨੇ, ਜੇ ਸਰੀਰ ਨੂੰ ਵਿਕਾਰਾਂ ਵੱਲੋਂ ਸਾਬਤ ਰੱਖੇ ਤਾਂ ਹਰ ਵੇਲੇ ਪ੍ਰਮਾਤਮਾ ਦਾ ਨਾਮ ਯਾਦ ਕਰਦੇ ਰਹੀਏ। ਕਿਸੇ ਵੀ ਵੇਲੇ ਵਿਕਾਰਾਂ ਵੱਲੋਂ ਬੇਪਰਵਾਹ ਨਾ ਹੋਈਏ। ਇਹ ਜੋ ਵਿਕਾਰ ਹਨ, ਪਿੱਛੇ ਵਿਕਾਰ ਹਨ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਦਾ ਵਸਾਹ ਨਾ ਕਰੀਏ। ਹਰ ਵੇਲੇ ਬਾਬਾ ਕਬੀਰ ਜੀ ਕਹਿੰਦੇ ਨੇ ਸਿਮਰਨ ਕਰਦੇ ਰਹੀਏ, ਮਾਲਕ ਨੂੰ ਯਾਦ ਕਰਦੇ ਰਹੀਏ। ਕਬੀਰ ਕੈਸੋ ਕੈਸੋ ਕੂਕੀਏ, ਨਾ ਸੋਈਏ ਆਸਾਰ। ਕਹਿੰਦੇ ਰਾਤ ਦਿਵਸ ਕੇ ਕੂਕਨੇ,
कभू के सुने पुकार। ਕਹਿੰਦੇ ਜੇ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਨੂੰ ਸਿਮਰਦੇ ਰਹੀਏ ਤਾਂ ਕਿਸੇ ਨਾ ਕਿਸੇ ਵੇਲੇ ਉਹ ਵਾਹਿਗੁਰੂ ਪ੍ਰਭੂ ਦੀ ਜੀਵ ਦੀ ਅਰਦਾਸ ਸੁਣ ਹੀ ਲੈਂਦਾ ਹੈ। ਇਸ ਲਈ ਫਿਰ ਉਹ ਬਚ ਜਾਂਦਾ ਹੈ ਇਨ੍ਹਾਂ ਵਿਕਾਰਾਂ ਤੋਂ। ਕਬੀਰ ਕਾਇਆ ਕਜਲੀ ਬਨ ਭਇਆ, ਮਨ ਕੁੰਚਰ ਮਹਿਮੰਤ। ਬਾਬਾ ਕਬੀਰ ਜੀ ਕਹਿੰਦੇ ਨੇ, ਜੇ ਕੈਸੋ ਕੈਸੋ ਨਾ ਕੂਕੀਏ, ਜੇ ਪਰਮਾਤਮਾ ਦਾ ਸਿਮਰਨ ਨਾ ਕਰੀਏ ਤਾਂ ਨੇਕਾਂ ਵਿਕਾਰ ਪੈਦਾ ਹੋ ਜਾਣ ਕਰਕੇ ਇਹ ਮਨੁੱਖਾ ਸਰੀਰ ਮਾਨੋ ਕਜਲੀ ਬਣ ਜਾਂਦਾ ਹੈ, ਜਿਸ ਵਿੱਚ ਮਨ ਹਾਥੀ ਆਪਣੇ ਮੱਧ ਵਿੱਚ ਮਤਾ ਹੋਇਆ ਫਿਰਦਾ ਹੈ। ਅੰਕਸ ਗਿਆਨ ਰਤਨ ਹੈ, ਖੇਵਟ ਬਿਰਲਾ ਸੰਤ। ਅੰਕਸ ਹੁੰਦਾ ਲੋਹੇ ਦਾ ਉਹ ਕੁੰਡਾ ਜਿਸ ਨਾਲ ਹਾਥੀ ਨੂੰ ਚਲਾਉਂਦੇ ਹਨ, ਲੋਹੇ ਦਾ ਕੁੰਡਾ ਜਿਹੜਾ ਮਾਰਦੇ ਨੇ। ਕਹਿੰਦੇ ਇਸ ਹਾਥੀ ਨੂੰ ਕਾਬੂ ਵਿੱਚ ਰੱਖਣ ਲਈ ਗੁਰੂ ਦਾ ਸ੍ਰੇਸ਼ਟ ਗਿਆਨ ਹੀ ਕੁੰਡਾ ਬਣ ਸਕਦਾ ਹੈ। ਕੋਈ ਭਾਗਾਂ ਵਾਲਾ ਗੁਰਮੁਖ ਇਸ ਗਿਆਨ ਕੁੰਡੇ ਨੂੰ ਵਰਤ ਕੇ ਮਨ ਹਾਥੀ ਨੂੰ ਚਲਾਉਣ ਜੋਗਾ ਹੁੰਦਾ ਹੈ। ਮਨ ਦਾ ਸਾਰਾ ਖੇਲ ਹੈ। ਮਨ ਤੂੰ ਜੋ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਮਨ ਜੀਤੇ ਜਗ ਜੀਤ। ਮਨ ਸਾਡਾ ਆਪ ਮੁਹਾਰਾ ਹੋਇਆ ਫਿਰਦਾ ਹੈ। ਇਸ ਕਰਕੇ ਮਨ ਜਿਹੜਾ ਹਾਥੀ ਬਣਿਆ ਪਿਆ ਹੈ। ਕਬੀਰ ਰਾਮ ਰਤਨ ਮੁਖ ਕੋਥਰੀ, ਪਾਰਖ ਆਗੇ ਖੋਲ। ਕਹਿੰਦੇ ਪ੍ਰਮਾਤਮਾ ਦਾ ਨਾਮ ਦੁਨੀਆ ਵਿੱਚ ਸਭ ਤੋਂ ਕੀਮਤੀ ਪਦਾਰਥ ਹੈ। ਇਸ ਪਦਾਰਥ ਨੂੰ ਸਾਂਭ ਕੇ ਰੱਖਣ ਵਾਸਤੇ ਆਪਣੇ ਮੂੰਹ ਦੀ ਨੂੰ ਗੁੱਥੀ ਬਣਾ ਕੇ ਇਸ ਰਤਨ ਦੀ ਕਦਰ ਕੀਮਤ ਜਾਣਨ ਵਾਲੇ ਕਿਸੇ ਗੁਰਮੁਖ ਦੇ ਅੱਗੇ ਹੀ ਮੂੰਹ ਖੋਲਣਾ ਹੈ। ਭਾਵ ਸਤ ਸੰਗ ਵਿੱਚ ਪ੍ਰਭੂ ਨਾਮ ਦੀ ਸਿਫਤ ਸਲਾਹ ਕਰ। ਕੋਈ ਆਏ ਮਿਲੇ ਗੋ ਗਾਕੀ, ਲੈ ਗੋ ਮਹਿੰਗੇ ਮੋਲ। ਕਹਿੰਦੇ ਜਦੋਂ ਨਾਮ ਰਤਨ ਦੀ ਕਦਰ ਜਾਣਨ ਵਾਲਾ ਕੋਈ ਗਾਹਕ ਸਤ ਸੰਗ ਵਿੱਚ ਆ ਪੜਦਾ ਹੈ ਤਾਂ ਆਪਣਾ ਮਨ ਗੁਰੂ ਦੇ ਹਵਾਲੇ ਕਰਕੇ ਨਾਮ ਰਤਨ ਨੂੰ ਖਰੀਦਦਾ ਹੈ। ਕੋਈ ਬਿਰਲਾ ਹੀ ਗਾਹਕ ਹੈ ਨਾਮ ਦਾ ਵਪਾਰੀ। ਦੁਨੀਆ ਦੇ ਵਪਾਰੀ ਬਹੁਤ ਮਿਲ ਜਾਣਗੇ, ਬਾਕੀ ਵਪਾਰੀ ਬਹੁਤ ਨੇ, ਪਰ ਨਾਮ ਦੇ ਵਪਾਰੀ ਬੜੇ ਵਿਰਲੇ ਨੇ, ਜਿਹੜੇ ਚਾਹੁੰਦੇ ਨੇ ਕਿ ਸਾਨੂੰ ਨਾਮ ਦੀ ਦਾਤ ਮਿਲ ਜਾਵੇ। ਦੁਨੀਆ ਦਾ ਧਨ, ਦੁਨੀਆ ਦੇ ਸੁੱਖ ਹਰੇਕ ਬੰਦਾ ਚਾਹੁੰਦਾ ਹੈ, ਪਰ ਨਾਮ ਕੋਈ ਵਿਰਲਾ ਹੀ ਭਾਗਾਂ ਵਾਲਾ ਹੈ ਜੋ ਨਾਮ ਚਾਹੁੰਦਾ ਹੈ। ਇਸ ਜਗ ਮੈਂ ਉਤਮ ਕਾਢੀ ਹੈ, ਵਿਰਲੇ ਕਈ ਕੇ ਬਹੁਤ ਵਿਰਲੇ ਨੇ। ਕਬੀਰ ਰਾਮ ਨਾਮ ਜਾਣਿਓ ਨਹੀਂ, ਪਾਲਿਓ ਕੰਟਕ ਕਟੰਬ। ਬਾਬਾ ਕਬੀਰ ਜੀ ਕਹਿ ਰਹੇ, ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਰਤਨ ਦੀ ਕਦਰ ਕੀਮਤ ਨਹੀਂ ਪੈਂਦੀ, ਰਤਨ ਦੀ ਕਦਰ ਕੀਮਤ ਨਹੀਂ ਪੈਂਦੀ, ਉਹ ਰਾਮ ਰਤਨ ਨੂੰ ਵਿਸਾਰ ਕੇ ਸਾਰੀ ਉਮਰ ਬਹੁਤਾ ਟੱਬਰ ਹੀ ਪਾਲਦਾ ਰਹਿੰਦਾ ਹੈ। ਤੰਦੇ ਹੀ ਮਹਿ ਮਰ ਗਇਓ, ਬਾਹਰ ਭਾਈ ਨਾ ਬੰਬ। ਕਹਿੰਦੇ ਦੁਨੀਆ ਦੇ ਧੰਦਿਆਂ ਵਿੱਚ ਹੀ ਖੱਪ ਖੱਪ ਕੇ ਉਹ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ। ਇਹਨਾਂ ਫਾਣਿਆਂ ਵਿੱਚੋਂ ਨਿਕਲ ਕੇ ਕਦੇ ਉਸ ਦੇ ਮੂੰਹੋਂ ਰਾਮ ਨਾਮ ਦੀ ਆਵਾਜ਼ ਨਹੀਂ ਨਿਕਲੀ, ਨਾ ਹੀ ਇਹਨਾਂ ਫਾਣਿਆਂ ਵਿੱਚੋਂ ਕਦੇ ਉਹ ਵੇਲ ਮਿਲਦੀ ਹੈ ਤੇ ਨਾ ਹੀ ਕਦੇ ਪ੍ਰਮਾਤਮਾ ਦਾ ਨਾਮ ਮੂੰਹੋਂ ਉਚਾਰਦਾ ਹੈ। ਕਬੀਰ ਆਖੀ ਕੇਰੇ ਮਾਟਕੇ, ਪਲ ਪਲ ਗਈ ਵਹਾਏ। ਕਹਿੰਦੇ ਬਾਬਾ ਕਬੀਰ ਜੀ, ਉਹ ਬਦ ਨਸੀਬ ਦਾ ਹਾਲ ਵੇਖ ਜੋ ਪ੍ਰਮਾਤਮਾ ਪ੍ਰਭੂ ਦਾ ਨਾਮ ਦੀ ਕਦਰ ਕੀਮਤ ਨਹੀਂ ਜਾਣਦਾ ਹੋਇਆ
ਸਾਰੀ ਉਮਰ ਕਟੰਬ ਪਾਲਣ ਵਿੱਚ ਹੀ ਗੁਜ਼ਾਰਦਾ ਹੈ ਤੇ ਕਦੇ ਵੀ ਉਸਨੇ ਨਾਮ ਮੂੰਹੋਂ ਨਹੀਂ ਉਚਾਰਿਆ। ਥੋੜੀ ਥੋੜੀ ਕਰਕੇ ਬੇਮਲੂਮੀ ਜੇ ਉਸ ਦੀ ਉਮਰ ਅੱਖਾਂ ਦੇ ਚਮਕਣ ਜਿਤਨਾ ਸਮਾਂ ਤੇ ਪਲ ਪਲ ਕਰਕੇ ਬੀਤ ਜਾਂਦੀ ਹੈ। ਮਨ ਜੰਜਾਲ ਨਾ ਛੋਡੀ ਜਮ ਦੀਆਂ ਦਮਾਮਾਂ ਆਏ। ਫਿਰ ਵੀ ਉਸ ਦਾ ਮਨ ਕਟੰਬ ਦਾ ਜੰਜਾਲ ਨਹੀਂ ਛੱਡਦਾ ਪਰਿਵਾਰ ਦਾ। ਆਖਰ ਜਮ ਮੌਤ ਨਗਾਰਾ ਵਜਾ ਹੀ ਦਿੰਦੇ ਹਨ, ਕਿਉਂਕਿ ਉਸ ਨੂੰ ਫਿਰ ਜਾਣਾ ਪੈਂਦਾ ਹੈ। ਕਬੀਰ ਤਰਬਰ ਰੂਪੀ RAM ਹੈ, ਫਲ ਰੂਪੀ ਬੈਰਾਗ। ਕਹਿੰਦੇ ਪਕਾਰਾਂ ਦੀ ਤਪਸ਼ ਨਾਲ ਤਪ ਰਹੇ ਇਸ ਸੰਸਾਰ ਵਿੱਚ ਪ੍ਰਭੂ ਦਾ ਨਾਮ ਇੱਕ ਸੋਹਣਾ ਰੁੱਖ ਹੈ, ਛਾਇਆ ਰੂਪੀ ਸਾਧ ਹੈ, ਜਿਨ ਤਜਿਆ ਬਾਦ ਵਿਵਾਦ। ਪਰ ਜਿਸ ਮਨੁੱਖ ਨੇ ਆਪਣੇ ਅੰਦਰੋਂ ਇਹਨਾਂ ਵਿਕਾਰਾਂ ਦਾ ਝਗੜਾ ਮੁਕਾ ਦਿੱਤਾ ਹੈ, ਉਹ ਮਨੁੱਖ ਇਸ ਰੁੱਖ ਦੀ ਮਾਨੋ ਛਾਂ ਹੈ। ਜੋ ਭਾਗਾਂ ਵਾਲਾ ਬੰਦਾ ਇਸ ਤਪਸ਼ ਤੋਂ ਬਚਣ ਲਈ ਇਸ ਛਾਂ ਦਾ ਆਸਰਾ ਲੈਂਦਾ ਹੈ, ਉਸ ਨੂੰ ਵੈਰਾਗ ਰੂਪ ਫਲ ਹਾਸਲ ਹੁੰਦਾ ਹੈ। ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ। ਬਾਬਾ ਕਬੀਰ ਜੀ ਕਹਿ ਰਹੇ ਨੇ, ਜਿਨ ਤਜਿਆ ਬਾਦ ਵਿਵਾਦ। ਉਸ ਸਾਧ ਦੀ ਸੰਗਤ ਵਿੱਚ ਰਹਿ ਕੇ ਤੂੰ ਵੀ ਆਪਣੇ ਹਿਰਦੇ ਦੀ ਧਰਤੀ ਵਿੱਚ ਪ੍ਰਮਾਤਮਾ ਦੇ ਨਾਮ ਦਾ ਇੱਕ ਅਜਿਹਾ ਬੀਜ ਬੀਜ ਜੋ ਸਦਾ ਹੀ ਫਲ ਦਿੰਦਾ ਰਹਿੰਦਾ ਹੈ। ਸ਼ੀਤਲ ਛਾਇਆ ਗੈਰ ਫਲ ਪੰਖੀ ਕੇਲ ਕਰੰਤ। ਠੰਡੀ ਠੰਡ ਦੇਣ ਵਾਲੀ, ਸ਼ੀਤਲ ਸ਼ਾਂਤੀ ਬਖਸ਼ਣ ਵਾਲੀ। ਕਹਿੰਦੇ ਉਸ ਦਾ ਆਸਰਾ ਲਈਏ ਤਾਂ ਅੰਦਰ ਠੰਡ ਪੈਂਦੀ ਹੈ, ਫਲ ਮਿਲਦਾ ਹੈ ਕਿ ਦੁਨੀਆ ਦੇ ਬਾਦ ਵਿਵਾਦ ਵੱਲੋਂ ਮਨ ਟਿਕ ਜਾਂਦਾ ਹੈ ਤੇ ਸਾਰੇ ਗਿਆਨ ਇੰਦਰੇ ਜੋ ਪਹਿਲਾਂ ਪੰਛੀਆਂ ਵਾਂਗ ਥਾਂ ਥਾਂ ਤੇ ਚੋਗ ਲਈ ਭਟਕਦੇ ਸਨ, ਹੁਣ ਪ੍ਰਭੂ ਦੇ ਨਾਮ ਦਾ ਆਨੰਦ ਲੈਂਦੇ ਹਨ। ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ। ਜਿਨ ਤਜਿਆ ਬਾਦ ਵਿਵਾਦ। ਉਹ ਸਾਧੂ ਆਪਣੀ ਸਾਰੀ ਉਮਰ ਉਪਕਾਰ ਵਿੱਚ ਹੀ ਗੁਜ਼ਾਰਦਾ ਹੈ। ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲਾ ਉਹ ਸਾਧੂ ਉਪਕਾਰਾਂ ਵਿੱਚ ਤਪਦੇ ਸਾਰੇ ਸੰਸਾਰ ਲਈ ਮਾਨੋ ਇੱਕ ਸੋਹਣਾ ਰੁੱਖ ਹੈ। ਉਸ ਪਾਸੋਂ ਜੀ ਦਇਆ ਦੀ ਦਾਤ ਪ੍ਰਾਪਤ ਹੁੰਦੀ ਹੈ। ਪੰਖੀ ਚਲੇ ਦਸਾਵਰੀ ਬਿਰਖਾ ਸੁਫਲ ਫਲਨ। ਕਹਿੰਦੇ ਸੰਸਾਰੀ ਜੀਵ ਤਾਂ ਹੋਰ ਹੋਰ ਧੰਦਿਆਂ ਵਿੱਚ ਰੁੱਝੇ ਰਹਿੰਦੇ ਹਨ, ਪਰ ਗੁਰਮੁਖ ਸਾਧ ਸਦਾ ਇਹੀ ਸਿੱਖਿਆ ਦਿੰਦਾ ਰਹਿੰਦਾ ਹੈ ਕਿ ਸਭ ਨਾਲ ਦਇਆ ਪਿਆਰ ਵਰਤੋ। ਪਿਆਰ ਵਰਤੋ, ਇਹ ਪਿਆਰ ਦਾ ਖੇਲ ਹੈ। ਮਾਲਕ ਦੇ ਨਾਲ, ਵਾਹਿਗੁਰੂ ਦੇ ਨਾਲ ਪਿਆਰ ਕਰੋ। ਸਾਚ ਕਹੂੰ ਸੁਣ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਉਸ ਮਾਲਕ ਦੇ ਨਾਲ ਪ੍ਰੇਮ ਕੀਤਾ ਹੈ, ਪਿਆਰ ਕੀਤਾ ਹੈ, ਉਹਨਾਂ ਨੇ ਪ੍ਰਭੂ ਵਾਹਿਗੁਰੂ ਨੂੰ ਪਾਇਆ ਹੈ। ਆਓ ਆਪਾਂ ਹੁਣ ਥੋੜ੍ਹਾ ਜਿਹਾ ਸਿਮਰਨ ਕਰ ਲਈਏ, ਕਿਉਂਕਿ ਸਾਡਾ ਆਉਣਾ ਤਾਂ ਹੀ ਸਫਲਾ ਹੈ ਜੇ ਅਸੀਂ ਗੁਰੂ ਦੀ ਗੱਲ ਮੰਨਾਂਗੇ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬਜਾਏ ਜੀਓ। ਆਓ ਗੁਰੂ ਜੀ ਦਾ ਹੁਕਮ ਮੰਨੀਏ, ਨਾਮ ਜਪੀਏ, ਸਿਮਰਨ ਕਰੀਏ। ਸਾਡਾ ਵੀ ਜਗ ਤੇ ਆਉਣਾ ਸਫਲਾ ਹੋ ਜਾਵੇ। ਸਾਡਾ ਵੀ, ਕਿਉਂਕਿ ਬਾਬਾ ਰਾਮਦਾਸ ਜੀ ਭਗਤ ਜੀ ਵੀ ਕਹਿ ਰਹੇ ਨੇ, ਬਹੁਤ ਜਨਮ ਵਿਸਰੇ ਤੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜਿਉ, ਚਿਰ ਭਇ ਦਰਸ਼ਨ ਦੇਖੇ। ਆਓ ਆਪਾਂ ਵੀ ਨੇਤਰ ਬੰਦ ਕਰਕੇ ਸਿਮਰਨ ਕਰੀਏ ਜੀ। ਸਾਰੇ ਜਪੋ ਜੀ, ਵਾਹਿਗੁਰੂ 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 ਗੁਰੂ ਵਾਹਿਗੁਰੂ ਵਾਹਿਗੁਰੂ
ਗੁਰੂ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।